ਅੱਜ ਮੇਰਾ ਸਾਰਾ ਜਿਹੜਾ ਵਲੌਗ ਆ ਨਾ ਇਹ ਪੰਜਾਬੀ 'ਚ ਹੀ ਹੋਊਗਾ ਤੇ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਊਗਾ। ਇੱਥੇ ਦੇਖਿਓ ਕਿ ਜਿਹੜਾ ਕਿ ਕੁੱਤਾ ਵਾ ਨਾ ਇਹ ਮੈਨੂੰ ਭੱਜ ਕੇ ਆ ਕੇ ਵੱਢਣ ਆਇਆ ਤੇ ਮੈਂ ਕਿਹਾ ਹਾਏ ਅੰਮੀ, ਤੇ ਫਿਰ ਬੰਦਾ ਆ ਕੇ ਨਾ ਉਹਨੇ ਆਪ ਸੰਗਲੀ ਪਾ ਕੇ ਤੇ ਉਹ ਕੁੱਤੇ ਨੂੰ ਆਪਣੇ ਨੂੰ ਲੈ ਗਿਆ ਤੇ ਮੈਂ ਬਹੁਤ ਹੀ ਡਰ ਗਈ ਸੀਗੀ ਤੇ ਮੈਂ ਵੀਡੀਓ ਬਣਾਉਣ ਤੇ ਬਿਜ਼ੀ ਸੀ ਤੇ ਮੈंने ਦੇਖਿਆ ਕਿ ਕੁੱਤਾ ਮੇਰੇ ਵੱਲ ਨੂੰ ਆ ਕੇ ਖਾਣ ਲੱਗਾ ਸੀ ਮੈਨੂੰ, ਭਲਾ ਮੈਂ ਬਚ ਗਈ ਹਾਂ। ਤੇ ਇੱਥੇ ਤੁਸੀਂ ਦੇਖ ਸਕਦੇ ਆ ਕਿ ਮਾਰਕੀਟ ਵਾ ਸਾਡੇ ਇੱਥੇ ਤੇ ਜੁਮੇਰਾਤ ਵਾਲੇ ਦਿਨ ਵੀ ਮਾਰਕੀਟ ਲੱਗੀ ਹੋਈ ਸੀਗੀ ਤੇ ਉੱਥੇ ਸਬਜ਼ੀਆਂ ਫਲ ਕੋਈ ਕੱਪੜੇ ਕੋਈ ਚੀਜ਼ਾਂ ਐਸਾ ਦੀਆਂ ਵਿਕ ਰਹੀਆਂ ਸੀਗੀਆਂ। ਤੇ ਆ ਜਿਹੜੀਆਂ ਵਾ ਇਹ ਕੌਂਸਲ ਵਾਲੇ ਜਿਹੜੇ ਆ ਕ੍ਰਿਸਮਿਸ ਦੀਆਂ ਦਰਖਤ ਲਗਾ ਰਹੇ ਆ ਕੇ ਵੈਨਾਂ ਦੇ ਵਿੱਚ ਲਿਫਟ ਦੇ ਉੱਪਰ ਜਾ ਕੇ ਤੇ ਉੱਤੇ ਲਾਉਂਦੇ ਆ ਬੱਤੀਆਂ ਵਗੈਰਾ ਲਾਈਟਾਂ ਵਗੈਰਾ ਤੇ ਉੱਪਰ ਵੀ ਸਜਾਦੇ ਆ। ਜਿੱਦਾਂ ਹੀ ਹਨੇਰਾ ਹੋਊਗਾ ਐਂਡ ਆਫ ਨਵੰਬਰ ਦੇ ਵਿੱਚ ਸਾਰਾ ਹਨੇਰਾ ਹੀ ਹਨੇਰਾ ਹੋ ਜਾਣਾ ਤੇ ਫਿਰ ਇਹਨਾਂ ਨੇ ਇੱਕ ਦਿਨ ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੀਆਂ ਲਾਈਟਾਂ ਔਨ ਕਰਨਗੇ ਤੇ ਲੋਕ ਵੀ ਦੇਖਣ ਜਾਣਗੇ ਤੇ ਉਦੋਂ ਫਾਇਰ ਵਰਕ ਵੀ ਹੁੰਦੇ ਆ। ਤੇ ਸਾਡੇ ਬੱਚੇ ਜਿਹੜੇ ਛੋਟੇ ਹੁੰਦੇ ਸੀ ਤਾਂ ਬੜੇ ਸ਼ੌਕ ਨਾਲ ਜਾਂਦੇ ਹੁੰਦੇ ਸੀਗੇ। ਤੇ ਇਹ ਅੱਜ ਹੁਣ ਮੈਂ ਉਮਰੇ ਤੋਂ ਵਾਪਸ ਆਈ ਹਾਂ ਤੇ ਮੈਂ ਗਈ ਸੀ ਟਾਊਨ, ਮੇਰੇ ਕੰਮ ਸੀਗੇ 2-3 ਤੇ ਮੈਂ ਦੇਖਿਆ ਕਿ ਇਹ ਨਾ ਕ੍ਰਿਸਮਿਸ ਦੀਆਂ ਲਾ ਰਹੇ ਸੀਗੇ ਆਹ ਦਰਖਤ। ਤੇ ਮੈਂ ਕਿਹਾ ਕਿ ਮੈਂ ਆਪਣੇ ਭੈਣ ਭਰਾਵਾਂ ਵਾਸਤੇ YouTube ਫੈਮਿਲੀ ਵਾਸਤੇ ਫਰੈਂਡਸ ਵਾਸਤੇ ਵੀ ਰਿਕਾਰਡ ਕਰ ਲਵਾਂ। ਤੇ ਇੱਥੇ ਦੇਖੋ ਕਿ ਮੈਂ ਵਿਲਕਿਨਸਨ ਗਈ ਹਾਂ, ਮੈਨੂੰ ਕੋਈ ਚੀਜ਼ਾਂ ਚਾਹੀਦੀਆਂ ਸੀਗੀਆਂ ਤੇ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਕ੍ਰਿਸਮਿਸ ਦੀਆਂ ਟਰੀ ਜਿਹੜੀਆਂ ਰੱਖੀਆਂ ਹੋਈਆਂ ਵਾ ਦਰਖਤ ਜਿਹੜੇ ਹੈਗੇ ਆ। ਪੁਰਾਣੇ ਜ਼ਮਾਨੇ 'ਚ ਕੀ ਕਰਦੇ ਸੀਗੇ ਕਿ ਜਦੋਂ ਕੋਈ ਖੁਸ਼ੀ ਦਾ ਟਾਈਮ ਹੁੰਦਾ ਸੀ ਆਪਣੇ ਘਰ ਨੂੰ ਦਰਖਤਾਂ ਦੇ ਨਾਲ ਦਰਖਤਾਂ ਦੇ ਪੱਤਿਆਂ ਦੇ ਨਾਲ ਸਜਾਉਂਦੇ ਹੁੰਦੇ ਸੀਗੇ। ਤੇ ਕਈਆਂ 'ਤੇ ਸਨੋਅ ਪਈ ਹੁੰਦੀ ਸੀਗੀ, ਕਈਆਂ ਦੇ ਉੱਤੇ ਆਪਣੇ ਹੱਥਾਂ ਦੇ ਨਾਲ ਰਿਬਨ ਸ਼ਿਬਨ ਲਾ ਕੇ ਤਾਂ ਉਹਨਾਂ ਨੂੰ ਸਜਾ ਲੈਂਦੇ ਹੁੰਦੇ ਸੀ ਤੇ ਇੱਦਾਂ ਸਾਰਿਆਂ ਨੂੰ ਖਾਣੇ ਵਾਸਤੇ ਬੁਲਾਉਂਦੇ ਹੁੰਦੇ ਸੀ। ਤੇ ਚੀਜ਼ ਤਾਂ ਵਿੱਚੋਂ ਇਹੀ ਆ ਕਿ ਕੋਈ ਖੁਸ਼ੀ ਦਾ ਲਮਹਾਤ ਹੋਣ ਤੇ ਸਾਰੇ ਮਿਲ ਬੈਠ ਕੇ ਬੈਠਣ, ਇੱਕ ਦੂਸਰੇ ਨਾਲ ਪਿਆਰ ਮੁਹੱਬਤ ਕਰਨ, ਇੱਕ ਦੂਸਰੇ ਨੂੰ ਤੋਹਫਾ ਤਹਾਇਫ ਦੇਣ ਲੈਣ ਤੇ ਖਾਣਾ ਇਕੱਠੇ ਖਾਣ ਤੋਹਫਾ ਦੇਣ। ਤੇ ਬਾਕੀ ਜਿਹੜੀ ਇਹ ਬਸ ਇੱਕ ਰਿਵਾਜ ਬਣ ਗਿਆ ਹੋਇਆ ਵਾ। ਤੇ ਜ਼ਰੂਰੀ ਨਹੀਂ ਕਿ ਈਸਾ ਅਲੈਹਿਸਲਾਮ ਜਿਹੜੇ ਆ ਉਹ 25 ਤਰੀਕ ਨੂੰ ਹੀ ਪੈਦਾ ਹੋਏ ਆ, ਕੋਈ ਇਹਨਾਂ ਦਾ ਕੋਈ ਖਾਸ ਪ੍ਰੂਫ ਵੀ ਨਹੀਂ ਹੈਗਾ, ਐਵੀਡੈਂਸ ਵੀ ਨਹੀਂ ਹੈਗਾ। ਤੇ ਇਹ ਦੇਖਾ ਤੇ ਕਿੱਡੀ ਸੋਹਣੀ ਕਿਸਮ ਦੀ ਉਹਨਾਂ ਨੇ ਕ੍ਰਿਸਮਿਸ ਟਰੀ ਬਣਾਈ ਆ ਤੇ ਕਿੰਨੇ ਸੋਹਣੇ ਉੱਪਰ ਬਲਬ ਲਾਏ ਆ, ਕਿੰਨੇ ਸੋਹਣੇ ਰਿਬਨ ਤੇ ਫੁੱਲ ਵੀ ਲਾਏ ਆ। ਅੱਜ ਕੱਲ੍ਹ ਜਿਹੜੇ ਹੁੰਦੇ ਆ ਇਹ ਭੋਲਾ ਬਾਦਸ਼ਾਹ ਜਦੋਂ ਪਾਕਿਸਤਾਨ ਹੁੰਦਾ ਸੀ ਨਾ ਤੇ ਆਰਟ ਐਂਡ ਕਰਾਫਟ ਦੇ ਵਿੱਚ ਬੁੱਕ ਦੇ ਵਿੱਚ ਦੇਖਦਾ ਹੁੰਦਾ ਸੀ ਕ੍ਰਿਸਮਿਸ ਟਰੀ ਦੇ ਆਈਡੀਆਜ਼ ਤੋਂ ਇੱਦਾਂ ਕਰਕੇ ਬਣਾ ਕੇ ਨਾ ਤਾਂ ਆਪਣੇ ਟੇਬਲ ਦੇ ਦਰਮਿਆਨ ਰੱਖਦਾ ਹੁੰਦਾ ਸੀ। ਬਾਅਦ 'ਚ ਉਹਨੂੰ ਪਤਾ ਲੱਗਿਆ ਕਿ ਇੱਕ ਈਸਾਈ ਜਿਹੜੇ ਆ ਉਹ ਆਪਣੇ ਇਹ ਬਣਾਉਂਦੇ, ਮੁਸਲਮਾਨ ਨਹੀਂ ਬਣਾਉਂਦੇ। ਲੇਕਿਨ ਮੈਨੂੰ ਸੋਹਣਾ ਲੱਗਦਾ ਹੁੰਦਾ ਸੀ ਦੇਖਣ ਨੂੰ। ਮੈਂ ਕੋਈ ਦਰਖਤ ਦਾ ਪੌਦਾ ਰੱਖ ਲੈਣਾ ਤੇ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਫੁੱਲ ਲਾ ਦੇਣੇ ਤੇ ਉਹਦੇ ਤਰ੍ਹਾਂ ਤਰ੍ਹਾਂ ਦੀਆਂ ਕਈ ਜਿਹੜੇ ਬਟਨ ਜਿਹੇ ਹੁੰਦੇ ਆ ਤਾਂ ਸੀਕਵੈਂਸ ਜਿਹੇ ਹੁੰਦੇ ਆ ਉਹ ਲਾ ਦੇਣੇ ਤੇ ਮੈਨੂੰ ਸੋਹਣੇ ਲੱਗਣੇ। ਤੇ ਹੌਲੀ ਹੌਲੀ ਬੰਦਾ ਸਿੱਖਦਾ। ਦੇਖ ਸਾਡਾ ਜਹਾਜ਼ ਬਾਹਰ ਖੜਾ ਵਾ ਤਿਆਰ ਤੇ ਮੈਂ ਆਪ ਤੁਹਾਨੂੰ ਦਿਖਾਉਂਦੀ ਹਾਂ। ਇੱਥੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਵੀ ਮੈਂ ਲੰਡਨ ਪਹੁੰਚ ਗਈ ਹਾਂ, ਹੀਥਰੋ ਲੰਡਨ। ਤੇ ਇੱਥੇ ਸਾਰੇ ਜਿਹੜੇ ਆ ਬਣਾਏ ਹੋਏ ਆ ਫੇਮਸ ਬੰਦੇ ਜਿਹੜੇ ਇਹਨਾਂ ਦੇ ਤੇ ਉਹਨਾਂ ਨੇ ਦਿਖਾਏ ਹੋਏ ਆ। ਤਾਂ ਉਹ ਇੱਦਾਂ ਲੱਗਦਾ ਕਿ ਜਿੱਦਾਂ ਤੁਹਾਨੂੰ ਹੱਥ ਖੋਲ੍ਹ ਕੇ ਵੈਲਕਮ 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 ਕਹਿ ਰਹੇ ਹੁੰਦੇ ਆ, ਬਲਕਿ ਵੈਲਕਮ ਕਹਿ ਵੀ ਰਹੇ ਆ। ਉਹਨਾਂ ਨੂੰ ਫੋਟੋ ਬਣਾ ਕੇ ਤੋਂ ਵੱਡਾ ਸਾਰਾ ਪੋਸਟਰ 'ਤੇ ਲਾ ਤਾ ਤਾਂ ਇੱਦਾਂ ਸੱਚੀ ਮੁੱਚੀ ਲੱਗਦਾ ਕਿ ਜਿੱਦਾਂ ਲੋਕ ਜਿਹੜੇ ਆ ਤੁਹਾਨੂੰ ਵੈਲਕਮ ਕਰ ਰਹੇ ਆ, ਭਰਪੂਰ ਤਰੀਕੇ ਨਾਲ ਵਾਰਮਲੀ ਵੈਲਕਮ ਕਰ ਰਹੇ ਆ। ਤੇ ਮੈਨੂੰ ਬੜਾ ਇੰਟਰਸਟਿੰਗ ਲੱਗਾ ਹੈ। ਤੇ ਮੇਰਾ ਇਹੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਚੀਜ਼ ਮੈਨੂੰ ਅੱਛੀ ਲੱਗਦੀ ਆ, ਇੰਟਰਸਟਿੰਗ ਲੱਗਦੀ ਆ, ਮੈਨੂੰ ਪਸੰਦ ਹੁੰਦੀ ਆ ਤਾਂ ਉਹ ਮੈਂ ਆਪਣੇ ਭੈਣ ਭਰਾਵਾਂ ਦੇ ਨਾਲ ਵੀ ਸ਼ੇਅਰ ਕਰਨਾ ਪਸੰਦ ਕਰਦੀ ਹਾਂ। ਤੇ ਅਗਰ ਮੇਰਾ ਚੈਨਲ ਦੇਸੀ ਬੀਬੀ UK ਤੁਹਾਨੂੰ ਪਸੰਦ ਆਉਂਦਾ ਵਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਮੇਰੇ ਫੈਮਿਲੀ ਤੇ ਫਰੈਂਡ ਬਣ ਜਾਓ ਤੇ ਮੇਰੀ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਮੇਰੀ ਆਉਣੇ ਵਾਲੀਆਂ ਇੰਟਰਸਟਿੰਗ ਜਿਹੜੀਆਂ ਹੁੰਦੀਆਂ ਦਿਲਚਸਪ ਜਿਹੜੀ ਕਿਸਮ ਦੀਆਂ ਵੀਡੀਓ ਹੁੰਦੀਆਂ ਵਾ, ਫਾਇਦੇਮੰਦ ਵੀਡੀਓ ਹੁੰਦੀਆਂ ਵਾ, ਜਿਹੜੀਆਂ ਇੰਟਰਟੇਨਿੰਗ ਵੀ ਹੁੰਦੀਆਂ ਵਾ ਤੇ ਉਹਦੇ ਵਿੱਚ ਇਨਫੋਰਮੇਟਿਵ ਵੀ ਹੁੰਦੀਆਂ ਵਾ ਤੇ ਬੈਨੀਫਿਸ਼ੀਅਲ ਵੀ ਹੁੰਦੀਆਂ ਵਾ। ਤੇ ਮਤਲਬ ਹੁੰਦਾ ਵਾ ਵੀ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਭਲਾਈ ਦਾ ਕੰਮ ਕੀਤਾ ਜਾਵੇ ਜਾਂ ਕਿਸੇ ਦੇ ਮੂੰਹ ਦੇ ਉੱਤੇ ਸਮਾਈਲ ਲਿਆਈ ਜਾਵੇ। ਤੇ ਇਸ ਕਰਕੇ ਉਹ ਮੇਰੀ ਬੈਲ ਆਈਕਨ ਦਾ ਬਟਨ ਦਬਾ ਦੋਗੇ ਤੇ ਮੇਰੇ ਆਉਣੇ ਵਾਲੀਆਂ ਹਰ ਵੀਡੀਓ ਜਿਹੜੀ ਆ ਤੁਹਾਨੂੰ ਟਾਈਮ ਦੇ ਨਾਲ ਮਿਲਦੀ ਰਹੂਗੀ ਤਾਂ ਤੁਸੀਂ ਫ੍ਰੀ ਆਫ ਚਾਰਜ ਮੇਰੀਆਂ ਜੋ ਵੀਡੀਓ ਵਾ ਉਹ ਤੁਸੀਂ ਇੰਜੋਏ ਕਰ ਸਕੋਗੇ। ਤੇ ਸਾਰਾ ਕੁਛ ਜਿਹੜਾ ਹੁੰਦਾ ਵਾ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਹੁੰਦਾ ਵਾ। ਤੇ ਕੋਸ਼ਿਸ਼ ਕਰੀਦੀ ਆ ਕਿ ਅੱਛੇ ਲੋਕਾਂ ਦੇ ਨਾਲ ਬੈਠੀਏ, ਅੱਛੇ ਲੋਕਾਂ ਨਾਲ ਗੱਲ ਕਰੀਏ, ਅੱਛੇ ਲੋਕਾਂ ਦੇ ਸੁਹਬਤ 'ਚ ਰਹੀਏ। ਤੇ ਅੱਲਾਹ ਤਾਲਾ ਤੋਂ ਉਮੀਦ ਆ ਕਿ ਕਿਆਮਤ ਦੇ ਦਿਨ ਅੱਲਾਹ ਤਾਲਾ ਸਾਨੂੰ ਅੱਛੇ ਲੋਕਾਂ ਦੇ ਨਾਲ ਉਠਾਊਗਾ। ਤੇ ਅੱਲਾਹ ਤਾਲਾ ਗਫੂਰ ਰਹੀਮ ਆ, ਸਾਡੇ ਗੁਨਾਹਾਂ ਨੂੰ ਮਾਫ਼ ਫਰਮਾਏ ਤੇ ਸਾਨੂੰ ਨੇਕ ਅਮਲ ਕਰਨੇ ਦੀ ਤੌਫੀਕ ਅਤਾ ਫਰਮਾਏ। ਪਿਆਰ ਨਾਲ, ਅਖਲਾਕ ਨਾਲ, ਮੁਹੱਬਤ ਨਾਲ ਰਹਿਣਾ ਨਾ ਸਿਰਫ ਮੁਸਲਮਾਨਾਂ ਦੇ ਨਾਲ ਜ਼ਰੂਰੀ ਆ ਬਲਕਿ ਗੈਰ ਮੁਸਲਮਾਨਾਂ ਦੇ ਨਾਲ ਵੀ ਸਾਨੂੰ ਅੱਛੇ ਅਖਲਾਕ ਨਾਲ ਪੇਸ਼ ਆਉਣ ਨਾਲ ਸਾਡੇ
ਤੇ ਜ਼ਰੂਰੀ ਆ, ਕਿਉਂਕਿ ਇਸਲਾਮ ਨੂੰ ਅਸੀਂ ਪ੍ਰੈਜ਼ੈਂਟ ਕਰਦੇ ਹਾਂ। ਤੇ ਇੱਥੇ ਤੁਸੀਂ ਬੜੇ ਬੜੇ ਜਹਾਜ਼ ਦੇਖਦੇ ਆ ਅੱਲਾਹ ਤਾਲਾ ਦੀ ਸ਼ਾਨ ਕਿ ਕਿਸ ਤਰੀਕੇ ਨਾਲ ਅੱਲਾਹ ਤਾਲਾ ਜ਼ਮੀਨ ਤੋਂ ਉਠਾ ਕੇ ਤੁਹਾਨੂੰ ਆਸਮਾਨਾਂ 'ਚ ਲੈ ਕੇ ਜਾਂਦਾ, ਤੇ ਹਜ਼ਾਰਾਂ ਮੀਲਾਂ ਦਾ ਸਫ਼ਰ ਜਿਹੜਾ ਅੱਲਾਹ ਤਾਲਾ ਮਹਿਫੂਜ਼ ਤੁਹਾਨੂੰ ਇੱਕ ਜਗ੍ਹਾ ਤੋਂ ਦੂਸਰੇ ਤੱਕ ਪਹੁੰਚਾ ਦਿੰਦਾ। ਇੰਪੋਸੀਬਲ ਪੋਸੀਬਲ ਬਣਾਇਆ ਹੋਇਆ, ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਆ। ਤੇ ਇਹ ਜਹਾਜ਼ 'ਚ ਜਿਹੜਾ ਮੈਨੂੰ ਖਾਣਾ ਮਿਲਿਆ ਸੀਗਾ, ਤੇ ਉਹਦੇ ਵਿੱਚ ਮੈਂ ਫਿਸ਼ ਲਈ ਸੀਗੀ, ਤੇ ਇਹ ਪਾਸਤਾ ਮਿਲਿਆ ਸੀਗਾ, ਤੇ ਜਿਹੜਾ ਕੇਕ ਸੀ ਉਹ ਬਹੁਤ ਅੱਛਾ ਸੀ। ਆ ਪਾਣੀ ਮੈਨੂੰ ਬਹੁਤ ਪਸੰਦ ਆਇਆ। ਤੇ ਮੈंने ਜਿਹੜਾ ਫਿਸ਼ ਸੀ ਉਹਦੇ ਛੋਟੇ ਛੋਟੇ ਪੀਸ ਕਰ ਲਏ, ਤੇ ਉਹਨੂੰ ਚੌਲ ਦੇ ਵਿੱਚ ਪਾ ਕੇ ਤੇ ਖਾ ਲਏ। ਉੱਪਰ ਮੈਂ ਸੌਸ ਵਗੈਰਾ ਪਾ ਲਿਆ, ਤੇ ਬੜਾ ਨਾਈਸ ਸੀ। ਇੱਥੇ ਸਾਰੇ ਆਰਾਮ ਨਾਲ ਸੁੱਤੇ ਪਏ ਆ, ਤੇ ਮੈਂ ਨਾ ਕੈਮਰਾ ਘੁਮਾ ਕੇ ਦਿਖਾਇਆ ਸੀ ਕਿ ਕਿਸ ਤਰੀਕੇ ਨਾਲ ਫੀਲ ਹੁੰਦਾ। ਤੇ ਇੱਥੇ ਜੀ ਤੁਹਾਨੂੰ ਦਿਖਾ ਰਹੇ ਹਾਂ ਕਿ ਜਹਾਜ਼ ਦੇ ਵਿੱਚ ਜਦੋਂ ਜਹਾਜ਼ ਉੱਡਦਾ ਵਾ, ਉਹ ਜ਼ਿਆਦਾਤਰ ਸਮੁੰਦਰ ਦੇ ਉੱਪਰ ਉੱਡਦਾ ਵਾ, ਤੇ ਇਨਸਾਨਾਂ ਦੀ ਜਾਨ ਬਚਾਉਣੀ ਉਹਨਾਂ ਦੀ ਹੱਤਨ ਮਕਾਮ ਕੋਸ਼ਿਸ਼ ਹੁੰਦੀ ਆ। ਤੇ ਖੁਦਾ ਨਾ ਖਾਸਤਾ ਕੋਈ ਹਾਦਸਾ ਪੇਸ਼ ਆ ਜਾਵੇ, ਤੇ ਉਹ ਦਿਖਾਉਂਦੇ ਆ ਕਿ ਇਸ ਤਰੀਕੇ ਨਾਲ ਤੁਸੀਂ ਜਿਹੜਾ ਵਾ ਆਹ ਬੈਲਟ ਕੱਢਣਾ ਵਾ, ਗਲ 'ਚ ਪਾਉਣਾ ਵਾ, ਤੇ ਪਾ ਕੇ ਉਦੋਂ ਤੱਕ ਨਹੀਂ ਫੈਲਾਉਣਾ ਜਦੋਂ ਤੱਕ ਤੁਸੀਂ ਬਾਹਰ ਨਾ ਨਿਕਲ ਜਾਓ। ਜੇ ਤੁਸੀਂ ਅੰਦਰ ਹੀ ਇਹਨੂੰ ਫੈਲਾ ਲਿਆ, ਤਾਂ ਫਿਰ ਡੋਰ ਦੇ ਵਿੱਚੋਂ ਨਿਕਲ ਨਹੀਂ ਸਕੋਗੇ। ਤੇ ਇਹਨੂੰ ਮੂੰਹ 'ਚ ਰੱਖ ਕੇ ਇਹ 'ਚ ਸਾਹ ਲੈਂਦੇ ਰਹਿਣਾ, ਤੇ ਇਹ 'ਚ ਹਵਾ ਭਰ ਲੈਣੀ ਆ। ਜੇ ਤੁਸੀਂ ਸਮੁੰਦਰ ਦੇ ਵਿੱਚ ਕਿਤੇ ਡਿੱਗੇ, ਤੇ ਤੁਹਾਡਾ ਸਿਰ ਜਿਹੜਾ ਵਾ ਉਹ ਪਾਣੀ 'ਚ ਨਹੀਂ ਡੁੱਬੂਗਾ, ਤੇ ਤੁਹਾਨੂੰ ਲੋਕ ਯੈਲੋ ਰੰਗ ਦੀ ਜੈਕਟ ਦੇਖ ਕੇ ਤੁਹਾਨੂੰ ਬਚਾਉਣ ਲੈਣਗੇ। ਉੱਥੇ ਬੋਟ ਆ ਜਾਊਗੀ, ਕੋਈ ਕਸ਼ਤੀ ਆ ਜਾਊਗੀ ਜਿਹੜੀ ਤੁਹਾਨੂੰ ਜਲਦੀ ਜਲਦ ਬਚਾਉਣ ਦੇ ਵਿੱਚ ਮਦਦ ਹੋਊਗੀ। ਤੇ ਜਿਹੜਾ ਮੈਂ ਤੁਹਾਨੂੰ ਆਕਸੀਜਨ ਦਾ ਦੱਸਾਂ ਕਿ ਆਕਸੀਜਨ ਜਿਹੜਾ ਸਿਰਫ ਐਮਰਜੈਂਸੀ ਵਾਸਤੇ ਅੱਧੇ ਘੰਟੇ ਵਾਸਤੇ ਹੀ ਹੁੰਦਾ ਵਾ, ਤੇ ਇਸ ਕਰਕੇ ਜਦੋਂ ਅੱਧਾ ਘੰਟੇ ਤੋਂ ਬਾਅਦ ਜਹਾਜ਼ ਦਾ ਐਮਰਜੈਂਸੀ ਖਤਮ ਨਾ ਹੋਵੇ, ਤੇ ਲੋਕਾਂ ਦੀ ਜਾਨ ਵੈਸੇ ਵੀ ਖਤਰੇ 'ਚ ਹੋ ਜਾਂਦੀ ਆ। ਤੇ ਉਹਨਾਂ ਨੇ ਦੱਸਿਆ ਵਾ ਕਿ ਸਮਾਨ ਜਿਹੜਾ ਵਾ ਨਾ, ਉਹ ਤੁਸੀਂ ਉੱਪਰ ਵਾਲੇ ਸ਼ੈਲਫਾਂ ਦੇ ਵਿੱਚ ਰੱਖ ਕੇ ਤਾਂ ਬੰਦ ਕਰ ਦਿਓ, ਜਾਂ ਥੱਲੇ ਆਪਣੇ ਪੈਰਾਂ ਦੇ ਥੱਲੇ ਰੱਖੋ। ਤੇ ਜਿਹੜਾ ਲੈਪਟਾਪ ਆ ਇਹ ਵੀ ਬੰਦ ਕਰ ਦਿਓ, ਕਿਉਂਕਿ ਜਦੋਂ ਲੈਪਟਾਪ ਔਨ ਹੁੰਦਾ, ਜਿਹੜਾ ਸਿਗਨਲ ਹੁੰਦਾ ਨਾ ਉਹ ਕਮ ਹੋ ਜਾਂਦਾ। ਤੇ ਆਪਣੀ ਜਿਹੜੀ ਸਿਹਤ ਆ ਤੇ ਸੇਫਟੀ ਆ ਸਾਰੇ ਲੋਕਾਂ ਦੀ ਵੀ, ਇਹ ਵੀ ਸਾਡੀ ਜ਼ਰੂਰੀ ਆ। ਤੇ ਜਿਹੜੀ ਇੰਸਟਰਕਸ਼ਨਸ ਇੱਥੇ ਦਿੱਤੀਆਂ ਜਾਂਦੀਆਂ ਵਾ, ਉਹਨਾਂ ਨੂੰ ਗੌਰ ਨਾਲ ਦੇਖਣਾ, ਸਮਝਣਾ, ਔਰ ਤੇ ਅਮਲ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਵਾ। ਤੇ ਇਸ ਕਰਕੇ ਆ ਜਿਹੜਾ ਜੋ ਸੀਟ ਬੈਲਟ ਲਗਾਉਣ ਦਾ ਹੁਕਮ ਦਿੱਤਾ ਜਾਂਦਾ ਨਾ, ਉਹ ਇਸ ਲਈ ਜਾਂਦਾ ਕਿ ਖੁਦਾ ਨਾ ਖਾਸਤਾ ਜਦੋਂ ਜਹਾਜ਼ ਚੜ੍ਹਦਾ, ਤਾਂ ਜਦੋਂ ਜਹਾਜ਼ ਲਹਿੰਦਾ, ਉਹ ਟਾਈਮ ਸਭ ਤੋਂ ਜ਼ਿਆਦਾ ਮੁਸ਼ਕਲ ਕ੍ਰਿਟੀਕਲ ਟਾਈਮ ਹੁੰਦਾ। ਤੇ ਜੇ ਖੁਦਾ ਨਾ ਖਾਸਤਾ ਜਹਾਜ਼ ਨੂੰ ਰੌਂਡ ਘੁੰਮਣਾ ਪਵੇ, ਕਲਾਬਾਜ਼ੀਆਂ ਮਾਰਨਾ ਪਵੇ, ਤੇ ਜਿਨ੍ਹਾਂ ਲੋਕਾਂ ਨੇ ਸੀਟ ਬੈਲਟ ਨਹੀਂ ਲੱਗੇ ਹੁੰਦੇ, ਉਹ ਕਦੇ ਛੱਤ 'ਚ ਜਾ ਕੇ ਲੱਗਦੇ, ਕਦੇ ਸੀਟਾਂ 'ਚ ਲੱਗ ਕੇ ਲੱਗਦੇ, ਕਦੇ ਮਸ਼ਰਕ ਵੱਲ ਜਾ ਕੇ ਡਿੱਗਦੇ ਆ। ਉਹਨਾਂ ਨੂੰ ਸੱਟਾਂ ਲੱਗ ਕੇ ਜਹਾਜ਼ ਦੇ ਵਿੱਚ ਉਹ ਵਿਚਾਰੇ ਫੌਤ ਹੋ ਜਾਂਦੇ ਆ। ਤੇ ਜਿਨ੍ਹਾਂ ਨੇ ਸਵਾਰ ਕੇ ਘੁੱਟ ਕੇ ਸੀਟ ਬੈਲਟ ਲਗਾਈ ਹੁੰਦੀ ਆ, ਕਮ ਸੇ ਕਮ ਉਹ ਆਪਣੇ ਸੀਟ 'ਤੇ ਬੈਠੇ ਰਹਿੰਦੇ ਆ, ਤੇ ਉਹ ਦੂਸਰਿਆਂ ਵਿੱਚ ਵੀ ਨਹੀਂ ਵੱਜਦੇ, ਤੇ ਕਈ ਵਾਰੀ ਇਸ ਦੀ ਜਾਨ ਵੀ ਬਚ ਜਾਂਦੀ ਆ। ਤੇ ਇੱਥੇ ਦੱਸਿਆ ਜਾਂਦਾ ਵਾ ਵੀ ਜਿਹੜਾ ਛੋਟਾ ਬੱਚਾ ਵਾ ਨਾ, ਤੁਸੀਂ ਉਹਨੂੰ ਆਪਣੇ ਨਾਲ ਬਿਠਾਉਣਾ ਵਾ, ਤੇ ਉਹਨੂੰ ਵੀ ਸੀਟ ਬੈਲਟ ਲਾ ਕੇ ਬਿਠਾਉਣਾ ਵਾ, ਤੇ ਉਹਦਾ ਵੀ ਸੀਟ ਬੈਲਟ ਤੁਹਾਨੂੰ ਨਾਲ ਦਿੱਤਾ ਜਾਂਦਾ ਵਾ ਕਿ ਆਪਣੇ ਬੱਚੇ ਨੂੰ ਗੋਦੀ 'ਚ ਬਿਠਾਵੋ, ਲੇਕਿਨ ਸੀਟ ਬੈਲਟ ਲਗਾ ਲਓ। ਤੇ ਇੱਥੇ ਦੱਸਿਆ ਜਾਂਦਾ ਵਾ ਕਿ ਖੁਦਾ ਨਾ ਖਾਸਤਾ ਕਿਸੇ ਟਾਈਮ ਜਿਹੜਾ ਹਵਾ ਦਾ ਪ੍ਰੈਸ਼ਰ ਕਮ ਹੋਵੇ, ਤੇ ਇਸ ਤਰੀਕੇ ਨਾਲ ਆ ਜਿਹੜਾ ਮਾਸਕ ਆ ਆਕਸੀਜਨ ਇਹਦੇ ਵਿੱਚ ਹੁੰਦਾ ਵਾ, ਤੇ ਇਹ ਤੁਹਾਨੂੰ ਫਰਾਹਮ ਕੀਤਾ ਜਾਂਦਾ। ਤਾਂ ਤੁਸੀਂ ਨਾ ਇਹਨੂੰ ਇਹ मास्क ਨੂੰ लगा लो। यहाँ पर देखें कि जब प्रेशर कम होता है एयर का एरोप्लेन में, तो ऑटोमेटिक सारे जो मास्क होते हैं वो सीटों से नीचे गिर जाते हैं, वो ऊपर जहाँ पे आप सामान रखते हैं वहाँ पर होते हैं। और जब वो मास्क हो जाते हैं तो सबसे पहले आप मास्क अपना लगाते हैं, फिर अपने बच्चों का लगाते हैं। और इसी तरीके से आप जब भी एरोप्लेन में बैठते हैं तो देख लेते हैं कि यहाँ पे एमरजेंसी एग्ज़िट कहाँ है, कहाँ पर अगर खुदा ना खास्ता कोई एमरजेंसी आ जाए तो कहाँ से जो डोर खुल जाएंगे और लोग कतार दर कतार जल्दी जल्दी जहाज़ से बाहर निकल जाएंगे। तो क्योंकि जहाज़ को भी आग भी लग सकती है, जहाज़ वैसे भी गिर सकता है, तो सबसे पहले कीमती जो जानें होती हैं उनका बचाव करना बहुत ही ज़रूरी होता है। तो यहाँ पर दिखाया जा रहा है कि सबसे पहले जैकेट आप पहन लें, ये येलो रंग की जैकेट पहनने के बाद तो आप स्टेज के एंड पे आ जाएं, और वहाँ पे एक स्लाइड नामा स्टेज खुलेंगे, तो उस पे ऊपर आपने स्लाइड करते हुए बाहर खड़े हो के जो अपनी जैकेट है उसको फ्लो करना है। और जो सूटकेस है, सामान है, वो अच्छे से यहाँ पे सामान रखने की जगह है, कैबिनेट है, वहाँ पे रखने हैं कि किसी के रास्ते में ना आए। और जब जहाज़ चढ़ रहा हो और उतर रहा हो तो आपने अपनी जो सीटें हैं वो भी सीधी रखनी हैं,
اور سیٹ بیلٹ بھی لگا کے رکھنا ہے، اور جو بھی آپ کے کمپیوٹر موبائل وغیرہ ہیں وہ بھی آف کر دینے ہیں، کیونکہ پھر یہ خلل پڑتا ہے۔ خدا نہ خواستہ ایمرجنسی کی سچویشن میں آپ نے یہ لالچ نہیں کرنا کہ اپنا سوٹ کیس نکالو، وہ اپنا سکا بہن بھائی کو لینے جاؤ، کیونکہ آپ نے جلد سے جلد وہاں سے نکلنا ہوتا ہے۔ جو آپ کے ہاتھ میں کوئی پاسپورٹ وغیرہ ہوتا ہے تو وہ ٹھیک ہے، اگر آپ وہ لے جا کے اتر سکتے ہیں، لیکن اگر آپ کا وہ کیبنٹ میں سامان پڑا ہوا ہینڈ کیری ہے، اس کو نکالنے کی کوشش نہ کریں، کیونکہ اس طرح ٹائم زیادہ لگ جائے گا۔ صرف 1-2 منٹ ہوتے ہیں جس میں سب کے سب لوگوں کو نکلنا ہوتا ہے، اور اگر آپ ٹائم سے نہیں نکلیں گے تو پھر ساری یہ دوسروں کے لیے بھی رکاوٹ ہو جائے گی، ہیزرڈ ہو جائے گا۔ تو یہ احتیاطی تدابیر ہیں۔ زندگی موت اللہ تعالیٰ کے ہاتھ میں ہے۔ اللہ تعالیٰ رحمان رحیم ہے، جو انسان کو زمین سے اٹھا کے آسمان میں لے جاتا ہے، ایک جگہ سے دوسری جگہ پہنچاتا ہے، سیف اینڈ ساؤنڈ حفظ و امان میں آپ کو گھر پہنچا دیتا ہے۔ شکر الحمدللہ فی کل حال۔ اللہ تعالیٰ کا ہر حال میں شکر ہے کہ اللہ تعالیٰ ہر چیز پر قادر ہے۔ جب تک ہماری زندگی ہے تو تب تک ہمیں کوئی مار نہیں سکتا، جب تک ہماری زندگی ہے تو کوئی ہمیں موت دے نہیں سکتا، اور جب ہماری موت آ گئی تو تب ہمیں کوئی بچا نہیں سکتا۔ یہ اللہ تعالیٰ کے اذن سے ہے، اللہ تعالیٰ کے حکم سے ہے، اور اللہ تعالیٰ کے حکم کے ہم پابند ہیں۔ اللہ کی رضا میں راضی رہیں گے تو انشاءاللہ تعالیٰ بہت ساری پریشانیوں سے بچے رہیں گے۔ بہت سارے خوش رہنے کا یہی طریقہ کہ اللہ کے ہمیشہ شکر گزار، فرما بردار، عبادت گزار بندے بن کے رہیں، تو یہی کامیابی کی کنجی ہے۔ جو بندہ اللہ تعالیٰ کا شکر نہیں کرتا، وہ اللہ کے بندوں کا بھی شکر ادا نہیں کرتا، اس کی زندگی بھی بہت ہی میزریبل ہوتی ہے۔ وہ خود بھی اپنے لیے مصیبتیں اکٹھی کرتا ہے اور دوسروں کے لیے بھی مصیبتیں اکٹھی کرتا ہے۔ یہاں پہ آپ دیکھیں کہ ہمارا جہاز جو ہے وہ ہیتھرو میں لینڈ کر چکا ہے۔ وہ ہمارا جہاز ہے گولف ایئر لائن، بہت اچھی سروس ہے، اور یہاں پر آپ دیکھ سکتے ہیں کہ جو ٹرالی جیسے ہی ہمارا جہاز کھڑا ہوا، ساتھ میں جلدی سے ٹرالی آئی اور وہ کیبنٹ سے سوٹ کیس نکال کے یہاں پہ بیلٹ پہ لگا رہے ہیں، جو جہاں پہ آپ لگیج کلیکٹ کرتے ہیں اس پہ چلا جائے گا۔ تو آپ دیکھ سکتے ہیں کہ کیا محنت ہے۔ صرف آپ تو آرام سے سفر کرتے ہیں، لیکن ایک بہت محنت کش ٹیم جو ہوتی ہے اس کو جہاز کو، اس ٹرانسپورٹ کو چلانے کے لیے بھرپور محنت کرتی ہے، تب جا کے آپ یہ سارا کچھ حاصل کرتے ہیں۔ تو جو لوگ ان اپریشیٹو ہوتے ہیں نا، جن کو شکر ہی نہیں ادا کرنا آتا کسی چیز کا، اور وہ چاہتے ہیں کہ دنیا ان کے طریقے سے چلے، تو وہ کبھی بھی خوش نہیں رہتے۔ تو جو چھوٹی چھوٹی نعمت کا شکر ادا کرتا ہے نا، تو اللہ تعالیٰ اس کو بڑی بڑی نعمتیں بھی عطا کرتا ہے، اور جو چھوٹی چھوٹی نعمتوں کو انجوائے کرتا ہے، خوش رہتا ہے، تو اللہ تعالیٰ اس کو بڑی بڑی خوشیاں بھی دے دیتا ہے۔ تو یہ اللہ تعالیٰ دیکھتا ہے، نیتوں کے بید خوب جانتا ہے۔ اس لیے میرے بہن بھائیوں، کوشش کریں خود بھی خوش رہیں اور اپنے بچوں کو بھی خوش رہنے کا طریقہ سکھائیں، اور خوشی اسی میں ہے کہ آپ اللہ کی رضا پر راضی رہیں۔ جس طرح بھی اللہ کرتا ہے بہتر کرتا ہے، اور اللہ تعالیٰ سب خیر بھلائی اللہ تعالیٰ کے ہاتھ میں ہے۔ تو بہت سارے پیسنجر ہیں جو وہاں پر آ جا رہے ہیں، تو آپ کو ہم وہ سارا نظارہ دکھا رہے ہیں کہ کس طرح ہے، یا ہمارا ہیتھرو جو ہے ایئرپورٹ سے باہر کس طرح کا لگ رہا ہے، اور یہاں پہ گولف جو بحرین تھا اس میں آپ کو کتنا خوبصورت نظارہ دیکھنے کو آیا تھا، کیونکہ یہاں پہ سارا پتھر ہے اور سارا ریتلا علاقہ ہے، سینڈ ہی سینڈ ہے ساری طرف۔ تو وہاں پر جب گرینری ہوتی ہے تو ایک جنت نما نمونہ جو پیش ہوتا ہے۔ تو ایئرپورٹ کے پاس انہوں نے خاص گرینری اور بہت خوبصورتی سے انہوں نے گارڈن وغیرہ بنائے ہوتے ہیں۔ تو یہ جو بحرین کے جو شاپنگ سینٹر تھے، ہم چلتے چلتے ٹائم بہت تھوڑا تھا، پھر بھی آپ کے لیے ہم نے کیپچر کرنے کی کوشش کی ہے۔ تو ہم آپ کو اپنی فیملی، اپنی بہن بھائی سمجھتے ہیں،
ब्रदर्स एंड सिस्टर्स समझते हैं। तो इसलिए हम कोशिश करते हैं कि जो कुछ हम देखें आपको भी दिखाएं और अच्छे से अच्छी वीडियो आपके लिए लाते रहें, यही हमारी कोशिश होती है। और इसी कोशिश की वजह से हम यही रिक्वेस्ट करते हैं कि अगर आपको हमारा चैनल देसी बीबी यूके पसंद आता है तो हमारे चैनल को सब्सक्राइब कर लें, बेल आइकॉन का बटन दबा दें, ताकि मेरे आने वाली वीडियो की नोटिफिकेशन आपको मिल जाए और आप मेरी सारी वीडियो जो हैं बर वक्त दे सकें। कभी भी आप मायूस नहीं होंगे, क्योंकि हम दिल से काम करते हैं, हार्ट एंड सोल इन पाते डालते हैं, इसमें पूरी मेहनत करते हैं। तो इंशाल्लाह ताला आपको कुछ ना कुछ अच्छा सीखने को, देखने को ज़रूर मिलेगा हमारी वीडियो से। तो इसलिए हम दूसरा ये है कि आप हमेशा मैं आपको दे कुछ नहीं सकती और आप मेरे बहन भाई हैं, इस दावे के साथ मैं आपके लिए सच्चे दिल से जो दुआ करती हूँ, मैं अल्लाह ताला से दुआ करती हूँ कि अल्लाह वो शर्फ़ कबूलियत अता फ़रमाए। और जितने भी मेरे नाजरीन हैं, जितने भी मेरे देखने वाले हैं, बहन भाई हैं, जितने भी मेरी फ्रेंड एंड फैमिलीज़ हैं, अल्लाह ताला सबको सलामत रखे, सबकी खैर फरमाए, सबकी दुनिया आखिरत की भलाइयाँ अता फ़रमाए। अल्लाह ताला आपके रिज़्क़ में, ईमान में, सेहत में, घर बार में, कारोबार में, औलाद में, खुशियों में अपने फ़ज़ल और करम से बरकतें और रहमतें नाज़िल फरमाए। आमीन सुम्मा आमीन वल्हम्दुलिल्लाहि रब्बिल आलमीन। वो कहते हैं ना, फ़कीर आया और दुआ का चला। मैं ये समझती हूँ कि इंसान को कुछ दे ही नहीं सकता, इंसान कुछ किसी लायक नहीं है। हर चीज़ अल्लाह ताला के इख्तियार में है और इंसान सवाए अच्छे अखलाक से बोलने के और अच्छे दिल से दुआएं देने के आपको दे कुछ नहीं सकता। देने वाली ज़ात अल्लाह ताला की है और हम सब यहाँ पर चंद दिन के मेहमान हैं। यहाँ इस दुनिया में हम चंद दिन के मेहमान हैं और उस मेहमान की मिसाल कुछ ऐसी होती है जैसे किसी नमाज के लिए पहले अजान होती है और 10-15 मिनट बाद उसकी जमात खड़ी हो जाती है। तो इसी तरीके से जब मुसलमान पैदा होता है तो उसकी पहले अजान दी जाती है, उसके कान में उसको बताया जाता है कि सबसे बड़ी ज़ात अल्लाह ताला की है और तुम मुसलमान घर में पैदा हुए हो और तुम्हारे ऊपर सबसे ज़्यादा हक अल्लाह का है और अल्लाह तुम्हारी हिफ्ज़ व अमान में रखे और नेक इंसान बनाए और ज़िंदगी भर आपको अल्लाह के हुक्म के मुताबिक ज़िंदगी गुजारने की तौफीक दे। माँ बाप अजान देते हैं, बच्चे को नहलाने के बाद उसके कान में आहिस्ता से, जैसा ही वो पहली आवाज़ जो है वो अजान की जाती है बच्चे के कान में, फिर बच्चा पैदा होता है, बड़ा होता है, बचपन होता है, स्कूल जाता है, कॉलेज जाता है, माँ बाप उसको इस्लाम के मुताबिक तरबियत करते हैं और वो अच्छा इंसान बनता है। और एक दिन होता है कि अब वो उसकी वापसी का टाइम आ जाता है। तो जो इन्ना लिल्लाहि व इन्ना अलैहि राजिऊन, हम अल्लाह की तरफ से आए हैं और अल्लाह की तरफ लौट जाना है। तो तब उस मुसलमान बच्चे की ये खुशकिस्मती होती है, उसको अच्छे से नहलाते हैं, दिलाते हैं। उसके माँ बाप बहुत उदास होते हैं कि वो उनको छोड़ के जा रहा है, लेकिन क्योंकि वो मोमिन इंसान था, अच्छा इंसान था, तो अल्लाह ताला को मिलने जा रहा है, अल्लाह ताला से उसकी हमेशा के लिए मुलाकात होगी, तो इसलिए वो रूह खुश होती है। हम रो रहे होते हैं दुनिया वाले। तो जब वो जाता है तो सारे जो मुसलमान ईमान वाले होते हैं वो खड़े हो जाते हैं और उसकी जो बॉडी है, जनाजा है, वो सामने रख के नमाज अदा करते हैं, उसको नमाज जनाजा अदा करते हैं। और इसकी प्रैक्टिस जो है वो बेहतरीन हमें मक्का मुकरमा और मदीना मुनव्वरा में हुई। हर फ़र्ज़ नमाज के बाद जमात के बाद वहाँ पर जनाजे की नमाज थी। और पहले तो हम कहते थे कि वो हमें नहीं आती, लेकिन जैसे जैसे हमने सीखना शुरू किया, पढ़ना शुरू किया, अल्हम्दुलिल्लाह कोई चीज़ भी मुश्किल नहीं है, नमाज जनाजा होती है। और खुशकिस्मत वो लोग होते हैं जिनकी नमाज जनाजा हो और ख़ास कर इस पाक धरती में, इस पाक जगह में और पाक लोगों के दरमियान हो, तो उनकी नमाज जनाजा होती है। जब बच्चा पैदा होता है तो उसके कान में अजान दी
जाती है, पुकार होती है, अल्लाह अकबर, सबसे बड़ा कौन है? अल्लाह है। सब कुछ का मालिक कौन है? अल्लाह के सिवा कोई इबादत के लायक नहीं। और मोहम्मद सल्लल्लाहु अलैहि वसल्लम जो दीन लेके आए हैं, इस्लाम लेके आए हैं, मोहम्मद अल्लाह के पैगंबर बन के आए हैं, वो तमाम जहानों के रहबर हैं, रास्ता दिखाने वाले हैं, लीडर हैं, गाइड करने वाले हैं, ज़िंदगी का सलीका बताने वाले हैं। तो मेरे बहन भाइयों, जो सुबह की अजान होती है, 10-15 मिनट का वक्फा होता है दरमियान, फिर बाद में जमात खड़ी हो जाती है, यही तो ज़िंदगी का दस्तूर है। अजान हुई जब बच्चा पैदा हुआ और नमाज हुई जब बंदा फौत हुआ, तो कितनी के दरमियान में अरसा है, बस यही हमारा पास टाइम है। पानी का बुलबुला, इंसान दुनिया में आया, भूल ही गया कि मैं आया क्यों था, मुझे अल्लाह ताला ने बनाया क्यों है, मुझे क्या करना चाहिए था, मुझे अल्लाह के बंदों के साथ कैसा सलूक करना चाहिए था। दीन की तालीम आजकल बहुत कम ही लोग सीख रहे हैं। जो दीन है वो दुनिया में भी आपको कामयाब करता है और आखिरत में भी कामयाब करेगा। जो ये दुनिया है ये दारुल अमल है, ये दारुल अमर है। जो कुछ हम यहाँ पर बोएंगे वहाँ से हम काटेंगे। और जब हम दुनिया में ही खूब जाएंगे, दुनिया की हमने तालीम हासिल करनी है, स्किल्स हासिल करने हैं, दुनिया की हमने दौलत कमानी है, दुनिया में शोहरत कमानी है, दुनिया में वाहवाही कमानी है, तो उसमें हम दुनिया ही में खूब के रह जाते हैं। तो सब दौलत सब कुछ अल्लाह ताला के है। जो अल्लाह पत्थर बना सकता है ना, वो सोना भी बना सकता है। जो अल्लाह ज़मीन बना सकता है वो आसमान बनाने पे भी कादिर है। जो ज़िंदगी दे सकता है वो मौत भी दे सकता है। जो अमीर बना सकता है वो गरीब भी बना सकता है। जो परेशानी अल्लाह की तरफ से आती है, टेस्ट आती है, तो खुशियाँ भी वो ही देता है। दिन रात वो बनाता है, वो हर चीज़ पर कादिर है। इन्नल्लाह अला कुल्ली शैइन कदीर, इन्नल्लाह अला कुल्ली शैइन कदीर। अल्लाह ताला कुदरत वाला हर चीज़ पर कादिर है, कादिरुल मुतलक है। अल्लाह की रज़ा में राज़ी रहें, यही कामयाबी है, यही कामयाबी है दोनों जहान की। अल्लाह ताला से ये दुआ है कि अल्लाह हमें दुनिया में भी इज़्ज़त के साथ रखे, आखिरत में भी इज़्ज़त के साथ रखे। अल्लाह हमें दुनिया में भी कामयाब फरमाए, आखिरत में भी कामयाब फरमाए। अल्लाह ताला हमारी दुनिया और आखिरत की भलाइयाँ बेहतरियाँ अता फरमाए। अल्लाह ताला हमारे सगीरा कबीरा, छोटे बड़े, जाने अनजाने में जितने भी गुनाह हो गए हैं, अल्लाह ताला गफूर और रहीम है, बख्शण वाला है, सत्तार है, पर्दा पोश है, वहाब है, दरगुजर करने वाला है। अल्लाह हमारे गुनाहों से दरगुजर फरमाए, हमारे गुनाहों को ढांप दे और हमें आगे ज़िंदगी में नेक अमल करने की तौफीक अता फरमाए। एक दूसरे के साथ एहसास हमदर्दी के साथ रहने की तौफीक अता फरमाए। अल्लाह की इंसानियत के साथ भलाई करने की तौफीक अता फरमाए। अल्लाह ताला हम सब का हामी और नासिर हो। जो दुआ आप अपने लिए करते हैं तो वो बाद में कबूल होती है। जो दिल से दुआ आप दूसरों के लिए करते हैं वो पहले कबूल हो जाती है। और जो लोग दूसरों का भला करने में लग जाते हैं तो अल्लाह आपके भला करने में लग जाता है। कर भला और हो भला। तो मैं जब छोटी हुआ करती थी तो मैंने सोचा कि लोगों का भला करेंगे तो अपना भला कैसा ही होगा, लेकिन अल्लाह ताला ने दिखा दिया कि हम जब दूसरों का भला करने में लग जाते हैं तो अल्लाह रहमान रहीम करीम अजीम आपका भला कर देता है, आपके बेड़े पार कर देता है। अल्लाह ताला आपकी जो दुआएं हैं वो कबूल फरमा लेता है। तो वो हर चीज़ पर कादिर है, वो दिलों के भेद खूब जानता है। अल्लाह ताला हमें जो हमारे दिल में है वो भी जानता है, जो हम काम करके आगे भेज चुके हैं वो उसको भी जानता है, और जो हमने अभी करने हैं वो उसको भी जानता है। तो अल्लाह ताला से हमेशा मदद तलब करते रहना चाहिए हम सबको। शैतान मरदूद से अल्लाह की पनाह में आ जाना चाहिए, क्योंकि सबसे बड़ा जो हमारा दुश्मन है वो शैतान है। शैतान अश्शैतानो अदुव्वुन सरीह,
جو شیطان ہے انسان کا سب سے بڑا دشمن ہے، تو جو شیطان ہے وہ نہیں چھوڑے گا، ذلیل و خوار کرے گا دنیا میں، اور جو جتنا اس کے ہاتھ میں چڑھے گا اتنا اس کو محسوس ہی نہیں ہوگا کہ یہ اچھائی ہے یا برائی ہے، اور جتنا وہ اللہ کی راہ میں چلے گا، دین کا کام کرے گا، حق کے ساتھ چلے گا، اتنا وہ شیطان اس کو زیادہ اپسٹ کرے گا، اتنا زیادہ خراب کرے گا۔ تو جتنا بڑا انسان کا یعنی اچھا انسان ہوتا ہے اتنا بڑا اس کی آزمائش ہوتی ہے، ٹیسٹ ہوتی ہے، تو وہ اللہ کی رضا میں راضی ہوتے ہوئے ہر ٹیسٹ سے وہ پاس کرنے کی کوشش کرتا ہے اور اللہ کی رضا پر راضی رہتا ہے، تو وہ کامیابی کو چھو لیتا ہے۔ اللہ تعالی ہم سب کو دنیا اور آخرت کی بھلائیاں عطا فرمائے۔ اللہ تعالی ہمارے سب گناہوں کو معاف فرمائے، ہم سے درگزر فرمائے، ہمارے حالوں پر رحم فرمائے۔ جتنی بھی ہم نے دعائیں کی ہیں، جتنی بھی ہم نے عبادتیں کی ہیں، جتنی بھی ٹوٹی پھوٹی ہم نے نیکیاں کی ہیں، اللہ تعالیٰ سب کو قبول فرمائے اور ہمارے دلوں کو روشن فرمائے، سب بہن بھائیوں میں اتفاق سلوک دے، نیک اور ایک کرے۔ جو بیمار ہیں اللہ تعالیٰ ان کو شفا عطا فرمائے۔ ایک بچی ہے بہت معصوم سی چھوٹی سی صفا نور، اللہ اس کو صحت عطا فرمائے۔ محمد رحیم کو اللہ تعالیٰ صحت کاملہ عاجلہ نافعہ عطا فرمائے۔ جو بہن بھائی سفر میں ہیں اللہ تعالیٰ ان کو خیریت سے رکھے۔ جو پریشان حال ہیں اللہ تعالیٰ اپنی رحمت سے ان کی پریشانیوں کو دور فرمائے، ان کو امن چین راحت عطا فرمائے، سکون عطا فرمائے۔ جو بے روزگار ہیں اللہ تعالیٰ ان کی روزیوں میں خیر اور برکت عطا فرمائے، ان کو غنی کر دے، امیر کر دے۔ اللہ کی راہ میں خرچ کرنے کی توفیق عطا فرمائے۔ اللہ ہمیں اپنی امانت میں خیانت کرنے سے بچائے۔ اللہ تعالیٰ کی رضا پر راضی رہنے کی توفیق عطا فرمائے۔ اللہ تعالیٰ ہماری بخشش فرمائے، ہمارے ماں باپ کی بخشش فرمائے، ہمارے نانا نانی دادا دادی کی بخشش فرمائے۔ اللہ تعالیٰ تمام مسلمین کی بخشش فرمائے۔ جو بہن بھائی ایمان پر اللہ کے پاس چلے گئے ہیں اللہ تعالیٰ ان سب کی بخشش فرمائے اور ان کی قبروں پر رحمت نازل فرمائے اور ان کو جنت الفردوس میں جگہ عطا فرمائے۔ اللہ تعالیٰ ہماری دعاؤں کو قبول فرمائے، بے شک اللہ تعالیٰ ہماری دعاؤں کو قبول فرمانے والا ہے۔ ربنا تقبل منا إنك أنت السميع العليم وتب علينا إنك أنت التواب الرحيم سبحان ربك رب العزة عما يصفون وسلام على المرسلين والحمد لله رب العالمين اللهم صل على محمد وعلى آل محمد كما صليت على إبراهيم وعلى آل إبراهيم إنك حميد مجيد